ਵੈਲਕਮ ਸਟੂਡੈਂਟਸ। ਅਸੀਂ ਗੱਲ ਕਰਾਂਗੇ ਪਬਲਿਕ ਓਪੀਨੀਅਨ ਦੀ। ਪਬਲਿਕ ਓਪੀਨੀਅਨ ਕੀ ਹੁੰਦਾ? ਪਬਲਿਕ ਓਪੀਨੀਅਨ ਇਹਨੂੰ ਪੰਜਾਬੀ 'ਚ ਜਨਤਾ ਦੀ ਰਾਏ ਕਹਿੰਦੇ ਹਾਂ ਅਸੀਂ। ਪਬਲਿਕ ਓਪੀਨੀਅਨ an aggregate of the individual views, attitudes and beliefs about a particular topic expressed by a significant proportion of community. significant proportion of community ਜਨਤਾ ਦੀ ਰਾਏ ਕੀ ਹੁੰਦੀ ਹੈ? ਇੱਕ ਇਸ ਤਰ੍ਹਾਂ ਦਾ ਵਿਚਾਰਾਂ ਦਾ ਮਹੱਤਵਪੂਰਨ ਅਨੁਪਾਤ ਹੈ ਜਿਹੜਾ ਕਿਸੇ ਖਾਸ ਵਿਸ਼ੇ ਬਾਰੇ ਵਿਅਕਤੀਗਤ ਵਿਚਾਰ, ਰਵੱਈਏ ਤੇ ਵਿਸ਼ਵਾਸ ਇੱਕ ਖਾਸ ਜਿਹੜਾ ਭਾਈਚਾਰਾ ਹੈ, ਖਾਸ ਕਮਿਊਨਿਟੀ ਆ, ਖਾਸ ਕਮਿਊਨਿਟੀ ਦਾ ਭਾਗ ਆ, ਉਹਦੇ ਦੁਆਰਾ ਪ੍ਰਗਟਾਇਆ ਜਾਂਦਾ, ਐਕਸਪ੍ਰੈਸਡ ਪ੍ਰਗਟਾਇਆ ਜਾਂਦਾ ਹੈ। Some scholars treat the aggregate as synthesis of the views of all the certain segment of society. ਕੁਝ ਵਿਦਵਾਨ ਨੇ ਜਿਹੜੇ ਉਹ ਜਿਹੜਾ ਪਬਲਿਕ ਓਪੀਨੀਅਨ ਆ ਜਾਂ ਲੋਕਾਂ ਦੀ ਰਾਏ ਆ ਜਾਂ ਜਨਤਾ ਦੀ ਰਾਏ ਆ, ਉਸ ਨੂੰ ਵੱਖਰੇ ਜਿਹੜੇ ਵਿਰੋਧੀ ਵਿਚਾਰ ਨੇ ਉਹਨਾਂ ਦਾ ਸੰਗ੍ਰਹਿ ਮੰਨਦੇ ਨੇ, ਜਾਂ ਇਹ ਕਹਿ ਲਈਏ ਕਿ ਅਸੀਂ ਇਹਨਾਂ ਦੇ ਵਿੱਚ ਸੰਸਲੇਸ਼ਣ ਕਰਦੇ ਨੇ, ਕ੍ਰਿਟੀਕਲ ਸਟੱਡੀ ਆ ਜਿਹੜੀ ਉਹ ਕਰਦੇ ਨੇ। ਮੈਨੀ ਡਿਫਰਿੰਗ ਔਰ ਅਪੋਜ਼ਿੰਗ ਵਿਊਜ਼ ਨੇ ਜਿਹੜੇ ਉਹਨਾਂ ਦਾ ਕਲੈਕਸ਼ਨ ਕਰਕੇ ਉਹਨਾਂ ਬਾਰੇ ਜਿਹੜਾ ਇਹ ਵਿਚਾਰ ਵਟਾਂਦਰਾ ਕਰਦੇ ਨੇ। ਤਾਂ ਪਬਲਿਕ ਓਪੀਨੀਅਨ ਆ ਜਿਹੜਾ ਉਹ ਲੋਕਾਂ ਦੀ ਰਾਏ ਆ, ਲੋਕ ਕੀ ਸੋਚਦੇ ਨੇ, ਕੀ ਵਿਸ਼ਵਾਸ ਕਰਦੇ ਨੇ ਕਿਸੇ ਖਾਸ ਇਸ਼ੂ ਬਾਰੇ ਜਾਂ ਟੌਪਿਕ ਬਾਰੇ। The influence of public opinion is not restricted to politics and elections. ਜਿਹੜੀ ਲੋਕਾਂ ਦੀ ਰਾਏ ਆ ਇਹ ਵੋਟਾਂ ਤੋਂ ਜਾਂ ਰਾਜਨੀਤੀ ਤੋਂ ਪ੍ਰਭਾਵਿਤ ਨਹੀਂ ਹੁੰਦੀ, ਜਾਂ ਇਹਦੇ 'ਤੇ ਰਾਜਨੀਤੀ ਜਾਂ ਵੋਟਾਂ ਦੀ ਸਖਤਾਈ ਨਹੀਂ ਹੁੰਦੀ। ਇਟ ਇਜ਼ ਅ ਪਾਵਰਫੁਲ ਫੋਰਸ ਇਨ ਮੈਨੀ ਅਦਰ ਸਫੀਅਰਸ। ਇਹ ਇੱਕ ਇਹੋ ਜਿਹੀ ਖਾਸ ਸ਼ਕਤੀ ਆ ਦੂਸਰੇ ਸੰਦਰਭਾਂ ਦੇ ਵਿੱਚ, ਜਾਂ ਇਹ ਕਹਿ ਲਈਏ ਕਿ ਅਸੀਂ ਬਹੁਤ ਸਾਰੇ ਹੋਰ ਖੇਤਰ ਨੇ ਜਿਨ੍ਹਾਂ ਦੇ ਵਿੱਚ ਇਹ ਸ਼ਕਤੀ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ, ਸੱਚ ਐਜ਼ ਕਲਚਰ, ਫੈਸ਼ਨ, ਲਿਟਰੇਚਰ ਐਂਡ ਆਰਟਸ, ਕੰਜ਼ਿਊਮਰ ਸਪੈਂਡਿੰਗ ਐਂਡ ਮਾਰਕੀਟਿੰਗ ਐਂਡ ਪਬਲਿਕ ਰਿਲੇਸ਼ਨਸ। ਸੱਭਿਆਚਾਰ ਦੇ ਵਿੱਚ, ਫੈਸ਼ਨ ਦੇ ਵਿੱਚ, ਲਿਟਰੇਚਰ ਸਾਹਿਤ ਦੇ ਵਿੱਚ, ਕਲਾਵਾਂ ਦੇ ਵਿੱਚ ਜਿਹੜਾ ਉਪਭੋਗਤਾ ਨੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਮਾਰਕੀਟਿੰਗ ਦੇ ਸੰਬੰਧ ਦੇ ਵਿੱਚ, ਜਾਂ ਅਸੀਂ ਕਹਿ ਲਈਏ ਕਿ ਪਬਲਿਕ ਦੇ ਰਿਲੇਸ਼ਨ ਨੇ, ਜਿੱਥੇ ਜਿੱਥੇ ਉੱਥੇ ਪਬਲਿਕ ਓਪੀਨੀਅਨਸ ਨੇ ਜਿਹੜੇ ਉਹ ਦਿਖਾਈ ਦਿੰਦੇ ਨੇ ਸਾਨੂੰ, ਉੱਥੇ ਪਬਲਿਕ ਓਪੀਨੀਅਨ ਇੱਕ ਸ਼ਕਤੀਸ਼ਾਲੀ ਜਿਹੜਾ ਫੋਰਸ ਦਾ ਕੰਮ ਕਰਦੇ ਨੇ। ਨੀਅਰਲੀ ਆਲ ਸਕਾਲਰਸ ਆਫ ਪਬਲਿਕ ਓਪੀਨੀਅਨ ਰਿਗਾਰਡਲੈਸ ਆਫ ਦਾ ਵੇ ਦੇ ਮੇ ਡਿਫਾਈਨ ਇਟ agree that in order for phenomena to count as public opinion at least 4 conditions must be satisfied. ਕਿਸੇ ਵੀ ਪਰਿਭਾਸ਼ਾ ਤੇ ਪਹੁੰਚਣ ਤੋਂ ਪਹਿਲਾਂ ਜਾਂ ਕੋਈ ਵੀ ਪਰਿਭਾਸ਼ਾ ਦੇਣ ਤੋਂ ਪਹਿਲਾਂ ਸਾਰੇ ਜਿਹੜੇ ਸਕਾਲਰਸ ਨੇ ਜਾਂ ਵਿਦਵਾਨ ਨੇ ਪਬਲਿਕ ਓਪੀਨੀਅਨ ਬਾਰੇ ਇਹ ਰਾਏ ਬਣਾਉਂਦੇ ਨੇ ਕਿ ਇਹਨਾਂ ਲਈ ਘੱਟੋ ਘੱਟ 4 ਕੰਡੀਸ਼ਨਾਂ ਨੇ ਜਿਹੜੀਆਂ ਇਹਨਾਂ ਨੂੰ ਸੈਟਿਸਫਾਈ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਨੇ, ਤਾਂ ਹੀ ਜਾ ਕੇ ਕਿਤੇ ਅਸੀਂ ਜਿਹੜਾ ਪਬਲਿਕ ਓਪੀਨੀਅਨ ਆ ਜਿਹੜਾ ਉਸ ਨੂੰ ਡਿਫਾਈਨ ਕਰ ਸਕਦੇ ਹਾਂ ਜਾਂ ਉਸ ਨੂੰ ਅਸੀਂ ਉਸ ਦਾ ਮੀਨਿੰਗ ਲੈ ਸਕਦੇ ਹਾਂ। ਇਹਦੇ ਵਿੱਚ ਪਹਿਲੇ ਨੰਬਰ 'ਤੇ ਹੈਗਾ ਦੇਅਰ ਮਸਟ ਬੀ ਐਨ ਇਸ਼ੂ। ਕੋਈ ਨਾ ਕੋਈ ਮੁੱਦਾ ਹੋਣਾ ਚਾਹੀਦਾ, ਕੋਈ ਨਾ ਕੋਈ ਇਸ਼ੂ ਹੋਣਾ ਚਾਹੀਦਾ। ਪਹਿਲੀ ਸ਼ਰਤ ਤਾਂ ਇਹਦੀ ਇਹ ਆ। ਦੇਅਰ ਮਸਟ ਬੀ ਅ ਸਿਗਨੀਫਿਕੈਂਟ ਨੰਬਰ ਆਫ ਇੰਡੀਵਿਜੂਅਲਸ ਹੂ ਐਕਸਪ੍ਰੈਸ ਓਪੀਨੀਅਨਸ ਔਨ ਦਾ issue। number of individuals
ਖਾਸ ਗਿਣਤੀ ਦੇ ਵਿੱਚ ਮਹੱਤਵਪੂਰਨ ਰੱਖਦੀ ਹੈ। ਗਿਣਤੀ ਜਿਹੜੀ ਆ ਇਹ ਨਹੀਂ ਕਿ ਦੋ ਬੰਦਿਆਂ ਦੀ ਰਾਏ ਨੂੰ ਹੀ ਅਸੀਂ ਪਬਲਿਕ ਓਪੀਨੀਅਨ ਮੰਨ ਲਾਂਗੇ। ਇੱਕ ਖਾਸ ਜਿਹੜਾ ਗਰੁੱਪ ਆ ਲੋਕਾਂ ਦਾ ਉਸ ਦੀ ਰਾਏ ਨੂੰ ਅਸੀਂ ਪਬਲਿਕ ਓਪੀਨੀਅਨ ਮੰਨਦੇ ਹਾਂ। ਤਾਂ ਕਿਸੇ ਖਾਸ ਗਰੁੱਪ ਦੀ ਮਤਲਬ ਇਹ ਨਹੀਂ ਕਿ ਇੱਕ ਖਾਸ ਜਿਹੜਾ ਕੋਈ ਵੀ ਗਰੁੱਪ ਹੋ ਸਕਦਾ ਹੈ। ਇੱਥੇ ਆਮ ਪਬਲਿਕ ਆ, ਰੈਂਡਮਲੀ ਜਿਹੜੀ ਪਬਲਿਕ ਤੋਂ ਅਸੀਂ ਓਪੀਨੀਅਨ ਲੈਂਦੇ ਹਾਂ ਉਹਦੀ ਗੱਲ ਕੀਤੀ ਜਾਂਦੀ ਆ। ਤਾਂ ਲੋਕਾਂ ਦਾ ਗਰੁੱਪ ਹੋਣਾ ਚਾਹੀਦਾ ਜਿਹੜਾ ਇਸ ਜਿਹੜਾ ਇਸ਼ੂ ਉਸ 'ਤੇ ਵਿਚਾਰ ਵਟਾਂਦਰਾ ਕਰ ਸਕੇ। ਫਿਰ ਹੈ ਐਟਲੀਸਟ ਸਮ ਆਫ ਥੀਜ਼ ਓਪੀਨੀਅਨਸ ਮਸਟ ਰਿਫਲੈਕਟ ਸਮ ਕਾਈਂਡਸ ਆਫ ਕੌਨਸ਼ੀਅਸ ਕਨਸੈਂਸਸ। ਘੱਟੋ ਘੱਟ ਇਹਨਾਂ ਓਪੀਨੀਅਨਸ ਦੇ ਵਿੱਚ ਘੱਟੋ ਘੱਟ ਇੱਕ ਸਹਿਮਤੀ ਹੈ, ਜਿਹੜੀ ਇੱਕ ਰਾਏ ਦੀ ਜਿਹੜੀ ਇੱਕ ਕਿਸਮ ਦੀ ਸਹਿਮਤੀ ਹੈ ਜਿਹੜੀ ਉਹ ਬਣਨੀ ਚਾਹੀਦੀ ਆ ਕਿ ਸਾਰੇ ਓਪੀਨੀਅਨਸ ਨੇ ਇੱਕ ਗੱਲ ਦੇ ਦੁਆਲੇ ਜਿਹੜੇ ਨੇ ਘੁੰਮਣੇ ਚਾਹੀਦੇ ਨੇ। ਫਿਰ ਅੱਗੇ ਹੈਗਾ ਦਿਸ ਕੰਸੈਂਸਸ ਮਸਟ ਡਾਇਰੈਕਟਲੀ ਔਰ ਇਨਡਾਇਰੈਕਟਲੀ ਐਕਸਪਰਟ ਇਨਫਲੂਐਂਸ। ਜਿਹੜੀ ਇਹ ਸਹਿਮਤੀ ਆ ਇਹ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਲਾਗੂ ਹੋਣੀ ਚਾਹੀਦੀ ਜਾਂ ਪ੍ਰਭਾਵਿਤ ਕਰਨ ਵਾਲੀ ਹੋਣੀ ਚਾਹੀਦੀ ਆ। ਜਿਹੜੇ ਐਕਸਪਰਟ ਨੇ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਲੀ ਹੋਣੀ ਚਾਹੀਦੀ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ। ਤਾਂ ਪਬਲਿਕ ਓਪੀਨੀਅਨ ਲਈ ਸਾਨੂੰ 4 ਗੱਲਾਂ ਦੀ ਜ਼ਰੂਰਤ ਆ ਜਿਹਦੇ ਨਾਲ ਕੋਈ ਵੀ ਜਿਹੜਾ ਇਸ਼ੂ ਆ ਪਬਲਿਕ ਓਪੀਨੀਅਨ ਬਣਦਾ ਏ। ਤਾਂ ਇਹ 4 ਗੱਲਾਂ ਨੇ। ਅੱਗੇ ਅਸੀਂ ਕਰਾਂਗੇ ਕੰਪੋਨੈਂਟਸ ਆਫ ਪਬਲਿਕ ਓਪੀਨੀਅਨ। ਪਬਲਿਕ ਓਪੀਨੀਅਨ ਆ ਜਿਹੜਾ ਜਨਤਾ ਦੀ ਰਾਏ ਆ ਇਹਦੇ ਅੰਗ ਕਿਹੜੇ ਕਿਹੜੇ ਨੇ, ਹਿੱਸੇ ਕਿਹੜੇ ਕਿਹੜੇ ਨੇ। ਇੱਥੇ ਲਿਖਿਆ ਅਸੀਂ ਐਟੀਟਿਊਡ ਐਂਡ ਵੈਲਿਊਜ਼। ਵਤੀਰੇ ਤੇ ਮੁੱਲ, ਵਤੀਰੇ ਜਾਂ ਰਵੱਈਏ ਕਹਿੰਦੇ, ਵਿਵਹਾਰ ਕਹਿੰਦੇ ਜਿਹਨੂੰ। ਹਾਊ ਮੈਨੀ ਪੀਪਲ ਐਕਚੁਅਲੀ ਫਾਰਮ ਓਪੀਨੀਅਨ ਔਨ ਗਿਵਨ ਇਸ਼ੂ। ਕਿੰਨੇ ਲੋਕਾਂ ਨੇ ਅਸਲ ਦੇ ਵਿੱਚ ਇਸ ਮੁੱਦੇ ਦੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਐਜ਼ ਵੈਲ ਐਜ਼ ਵਟ ਸੌਰਟ ਆਫ ਓਪੀਨੀਅਨਸ ਦੇ ਫਾਰਮ। ਇੱਥੋਂ ਤੱਕ ਕਿ ਉਹਨਾਂ ਨੇ ਕਿਹੜੇ ਜਿਹੜੀ ਕਿਸਮ ਦਾ ਵਿਚਾਰ ਆ ਉਸ ਨੂੰ ਫਾਈਨਲ ਕੀਤਾ ਕਹਿ ਸਕਦੇ ਹਾਂ ਅਸੀਂ ਜਾਂ ਲੱਭਿਆ ਹੈ। depends on partially on their immediate situations, partially on more general social environment factors, and partially on their pre-existing knowledge, attitudes and values। ਇਹ ਸਾਰਾ ਕੁਝ ਕਿਹਦੇ ਤੇ ਨਿਰਭਰ ਕਰਦਾ ਹੈ? ਉਹਨਾਂ ਦੀ ਜਿਹੜੀ ਉਸ ਕਿਸੇ ਖਾਸ ਕਿਸਮ ਦੀ ਜਿਹੜੀ ਖਾਸ ਟਾਈਮ ਦੀ ਕਹਿ ਲਓ ਜਾਂ ਥੋੜ੍ਹੇ ਟਾਈਮ ਲਈ ਕਹਿ ਲਓ ਇਮੀਡੀਏਟ ਸਿਚੁਏਸ਼ਨ ਕੀ ਸੀਗੀ, ਕਿਹੜੀ ਸਿਚੁਏਸ਼ਨ ਦੇ ਵਿੱਚ ਉਹਨਾਂ ਨੇ ਓਪੀਨੀਅਨ ਦਿੱਤਾ, ਸਥਿਤੀ ਦੇ ਮੁਤਾਬਕ, ਜਾਂ ਜਿਹੜਾ ਸਮਾਜਿਕ ਵਾਤਾਵਰਨ ਕਿਸ ਤਰ੍ਹਾਂ ਦਾ ਸੀਗਾ, ਸਮਾਜਿਕ ਵਾਤਾਵਰਨ ਕਿਹੜੇ ਕਿਹੜੇ ਤੱਤਾਂ ਤੋਂ ਪ੍ਰਭਾਵਿਤ ਸੀਗਾ, ਜਾਂ ਉਹਨਾਂ ਦੇ ਉੱਪਰ ਉਹਨਾਂ ਦੀ ਨੌਲੇਜ ਜਾਂ ਉਹਨਾਂ ਨੇ ਪਹਿਲਾਂ ਉਸ ਇਸ਼ੂ ਬਾਰੇ ਕੀ ਨੌਲੇਜ ਰੱਖੀ ਹੋਈ ਸੀ, ਕੀ ਵਤੀਰਾ ਸੀ ਉਹਨਾਂ ਦਾ ਅਤੇ ਕੀ ਉਹਨਾਂ ਦੇ ਮੁੱਲ ਸੀਗੇ। ਇਹ ਸਾਰੀਆਂ ਗੱਲਾਂ ਪਬਲਿਕ ਓਪੀਨੀਅਨ ਨੂੰ ਬਣਾਉਂਦੀਆਂ ਨੇ। ਬਿਕੋਜ਼ ਐਟੀਟਿਊਡਸ ਐਂਡ ਵੈਲਿਊਜ਼ ਪਲੇ ਸੱਚ ਅ ਕ੍ਰੂਸ਼ੀਅਲ ਰੋਲ ਇਨ ਦਾ ਡਿਵੈਲਪਮੈਂਟ ਆਫ ਪਬਲਿਕ ਓਪੀਨੀਅਨ। ਕਿਉਂਕਿ ਵਤੀਰੇ ਅਤੇ ਮੁੱਲ ਨੇ ਜਿਹੜੇ ਉਹ ਕੋਈ ਵੀ ਪਬਲਿਕ ਓਪੀਨੀਅਨ ਜਾਂ ਜਨਤਾ ਦੀ ਰਾਏ ਬਣਾਉਣ ਲਈ ਜਾਂ ਜਨਤਾ ਦੀ ਰਾਏ ਵਿਕਸਿਤ ਕਰਨ ਲਈ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਨੇ। ਸਕੋਲਰਸ ਆਫ ਦਾ ਸਬਜੈਕਟ ਆਰ ਨੈਚੁਰਲੀ ਇੰਟਰਸਟਡ ਇਨ ਦਾ ਨੇਚਰ ਆਫ ਥੀਸ ਫਿਨੋਮੀਨਾ ਐਜ਼ ਵੈਲ ਐਜ਼ ਇਨ ਦਾ ਵੇਜ਼ ਆਫ ਅਸੈਸ ਦੇਅਰ ਵੇਰੀਏਬਿਲਿਟੀ ਐਂਡ ਇੰਟੈਂਸਿਟੀ। ਤਾਂ ਅਸੀਂ ਕਹਾਂਗੇ ਕਿ ਜਿਹੜੇ ਸਕੋਲਰ ਨੇ ਜਾਂ ਵਿਦਵਾਨ ਨੇ ਉਹ ਇਹਨਾਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਇੱਕ ਕੁਦਰਤੀ ਇੰਟਰਸਟ ਰੱਖਦੇ ਨੇ, ਦਿਲਚਸਪੀ ਰੱਖਦੇ ਨੇ ਇਸ ਜਿਹੜਾ ਇਹ ਪੂਰੇ ਉਹਦੇ ਵਿੱਚ ਕਾਰਿਕ੍ਰਮ ਦੇ ਵਿੱਚ। ਅਤੇ ਉਹ ਇਹ ਦੇਖਦੇ ਨੇ ਕਿ ਕਿਹੜੇ ਕਿਹੜੇ ਢੰਗਾਂ ਨਾਲ ਜਿਹੜੀਆਂ ਪਬਲਿਕ ਓਪੀਨੀਅਨ ਆ ਉਹ ਆਇਆ ਹੈ। ਦਾ ਕੰਸੈਪਟ ਆਫ ਓਪੀਨੀਅਨ, ਐਟੀਟਿਊਡ ਐਂਡ ਵੈਲਿਊਜ਼ used public opinion research were given in an influential metaphorical characterization by an American born political analyst Robert Worcester। ਤਾਂ ਜਿਹੜਾ ਇਹ ਅਮਰੀਕਨ ਜਿਹੜਾ ਪੋਲੀਟੀਕਲ ਐਨਾਲਿਸਟ ਜਿਹੜਾ ਹੈਗਾ ਰੋਬਰਟ ਵਾਸਟਰ, ਇਸ ਨੇ ਇਸ ਕੰਸੈਪਟ ਨੂੰ ਅੱਗੇ ਲੈ ਕੇ ਆਂਦਾ
ਹੂ ਫਾਊਂਡ ਦਾ ਲੰਡਨ ਬੇਸਡ ਪੋਲਿੰਗ ਫਰਮ MORI ਲੰਡਨ ਬੇਸਡ ਜਿਹੜੀ ਪੋਲਿੰਗ ਫਰਮ ਸੀਗੀ MORI ਜਿਹਨੂੰ ਕਿਹਾ ਜਾਂਦਾ ਮਾਰਕੀਟ ਓਪੀਨੀਅਨ ਰਿਸਰਚ ਇੰਟਰਨੈਸ਼ਨਲ ਲਿਮਟਿਡ, ਇਹਦੇ ਰਾਹੀਂ ਉਸਨੇ ਇਹ ਸਰਚ ਕੀਤੀ ਵੈਲਿਊਜ਼ ਹੀ ਸੁਜੈਸਟਡ ਆਰ ਦਾ ਡੀਪ ਟਾਈਡਸ ਆਫ ਪਬਲਿਕ ਮੂਡ ਸਲੋ ਟੂ ਚੇਂਜ ਬਟ ਪਾਵਰਫੁਲ। ਜਿਹੜੀਆਂ ਵੈਲਿਊਜ਼ ਨੇ, ਮੁੱਲ ਨੇ, ਉਹ ਲੋਕਾਂ ਦੇ ਪਬਲਿਕ ਦੇ ਮੂਡ ਦੇ ਵਿੱਚ ਛੁਪੀਆਂ ਹੁੰਦੀਆਂ ਨੇ, ਹੌਲੀ ਹੌਲੀ ਇਹ ਚੇਂਜ ਹੁੰਦੀਆਂ ਨੇ, ਪਰ ਇਹ ਬੜੀਆਂ ਜ਼ਬਰਦਸਤ ਹੁੰਦੀਆਂ ਨੇ। ਓਪੀਨੀਅਨਸ ਇਨ ਕੰਟਰਾਸਟ ਆਰ ਦਾ ਰਿਪਲਸ ਔਨ ਦਾ ਸਰਫੇਸ ਆਫ ਪਬਲਿਕ ਕੌਨਸ਼ੀਅਸਨੈਸ। ਜਿਹੜੇ ਓਪੀਨੀਅਨ ਨੇ ਜਾਂ ਵਿਚਾਰ ਨੇ, ਉਹ ਜਿਹੜੀ ਪਬਲਿਕ ਦੀ ਸੁਚੇਤਨਾ ਹੈ ਉਹਦੇ ਨਾਲ ਸ਼ੈਲੋ ਐਂਡ ਈਜ਼ੀਲੀ ਚੇਂਜਡ ਉਹਨਾਂ ਨੂੰ ਮਤਲਬ ਦਵਾਇਆ ਜਾ ਸਕਦਾ ਹੈ ਅਤੇ ਜਿਹੜਾ ਇਹ ਆਸਾਨੀ ਨਾਲ ਚੇਂਜ ਕੀਤਾ ਜਾ ਸਕਦਾ ਹੈ। ਫਾਈਨਲੀ ਐਟੀਟਿਊਡਸ ਆਰ currents below the surface deeper and stronger representing the mid range between values and opinions। ਜਿਹੜੇ ਐਟੀਟਿਊਡਸ ਨੇ ਉਹ ਵੈਲਿਊਜ਼ ਤੇ ਓਪੀਨੀਅਨਸ ਦੇ ਵਿਚਕਾਰਲਾ ਕੰਮ ਕਰਦੇ ਨੇ, ਤਾਂ ਵਤੀਰਾ ਜਿਹੜਾ ਸਾਡਾ ਸਿਚੁਏਸ਼ਨ ਮੁਤਾਬਕ ਹੀ ਬਣ ਜਾਂਦਾ ਹੈ। ਜਿਹੜੇ ਓਪੀਨੀਅਨ ਨੇ ਉਸੇ ਤੋਂ ਪ੍ਰਭਾਵਿਤ ਹੁੰਦੇ ਨੇ। ਤਾਂ ਇਹ ਸੀਗੇ ਪਬਲਿਕ ਓਪੀਨੀਅਨ ਜਿਹੜੇ ਤੁਹਾਡੇ ਐਜ਼ ਅ ਪ੍ਰੋਪੇਗੈਂਡਾ ਦਾ ਇੱਕ ਪੱਖ ਨੇ, ਜਾਂ ਇਹ ਕਹਿ ਲਈਏ ਕਿ ਟਾਈਪ ਆ ਪ੍ਰੋਪੇਗੈਂਡਾ ਦੀ। ਪਬਲਿਕ ਓਪੀਨੀਅਨਸ ਬਹੁਤ ਹੀ ਇੰਪੋਰਟੈਂਟ ਟੌਪਿਕ ਆ। ਇਹਦੇ ਨਾਲ ਹੀ ਸਾਡੇ ਕੋਲ ਹੈਗਾ ਫੈਕਟਰਸ ਇਨ ਇਨਫਲੂਐਂਸਿੰਗ ਪਬਲਿਕ ਓਪੀਨੀਅਨਸ। ਕਿਹੜੇ ਕਿਹੜੇ ਫੈਕਟਰ ਨੇ, ਤੱਤ ਨੇ ਜਿਹੜੇ ਪਬਲਿਕ ਓਪੀਨੀਅਨ ਨੂੰ ਪ੍ਰਭਾਵਿਤ ਕਰਦੇ ਨੇ। ਅਸੀਂ ਕਹਿੰਦੇ ਕਿ ਓਪੀਨੀਅਨ ਚੇਂਜ ਹੋ ਜਾਂਦੇ ਨੇ ਜਦੋਂ ਵਤੀਰਾ ਅਤੇ ਵੈਲਿਊਜ਼ ਇਸ ਨੂੰ ਪ੍ਰਭਾਵਿਤ ਕਰਦੇ ਨੇ। ਇਸ ਦੇ ਨਾਲ ਹੀ ਇਨਵਾਇਰਮੈਂਟਲ ਫੈਕਟਰਸ ਨੇ। ਇਨਵਾਇਰਮੈਂਟਲ ਫੈਕਟਰ ਨੇ ਜਿਹੜੇ ਵਾਤਾਵਰਨਿਕ ਕਾਰਕ ਇਸ ਨੂੰ ਪ੍ਰਭਾਵਿਤ ਕਰਦੇ ਨੇ। ਮਾਸ ਮੀਡੀਆ ਐਂਡ ਸੋਸ਼ਲ ਮੀਡੀਆ, ਕਿਉਂਕਿ ਮਾਸ ਮੀਡੀਆ ਪ੍ਰੋਪੇਗੈਂਡਾ ਦਾ ਇੱਕ ਬਹੁਤ ਵੱਡਾ ਜਿਹੜਾ ਰੋਲ ਅਦਾ ਕਰਦਾ ਪ੍ਰੋਪੇਗੈਂਡਾ 'ਚ। ਤਾਂ ਇਹ ਵੀ ਪਬਲਿਕ ਓਪੀਨੀਅਨ ਨੂੰ ਪ੍ਰਭਾਵਿਤ ਕਰਦਾ ਹੈ। ਸੋਸ਼ਲ ਮੀਡੀਆ ਵੀ ਪਬਲਿਕ ਓਪੀਨੀਅਨ ਨੂੰ ਪ੍ਰਭਾਵਿਤ ਕਰਦਾ। ਗਰੁੱਪਸ ਦੇ ਇੰਟਰਸਟ, ਅਲੱਗ-ਅਲੱਗ ਰਿਲੀਜੀਅਸ ਪੋਲੀਟੀਕਲ ਗਰੁੱਪਸ ਹੁੰਦੇ ਨੇ, ਤਾਂ ਇਹ ਗਰੁੱਪਸ ਵੀ ਨੇ ਜਿਹੜੇ ਉਹ ਪਬਲਿਕ ਓਪੀਨੀਅਨ ਨੂੰ ਪ੍ਰਭਾਵਿਤ ਕਰਦੇ ਨੇ। ਓਪੀਨੀਅਨ ਲੀਡਰਸ ਜਿਹੜੇ ਅਸੀਂ ਜਿਨ੍ਹਾਂ ਨੂੰ ਆਦਰਸ਼ ਮੰਨਦੇ ਹਾਂ, ਤਾਂ ਲੋਕ ਜਿਨ੍ਹਾਂ ਨੂੰ ਆਦਰਸ਼ ਮੰਨਦੇ ਨੇ ਉਹਨਾਂ ਦੇ ਵਿਚਾਰ ਵੀ ਲੋਕਾਂ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਦੇ ਨੇ। ਕੰਪਲੈਕਸ ਇਨਫਲੂਐਂਸਿਸ ਜਿਹੜੇ ਗੁੰਝਲਦਾਰ ਜਿਹੜੇ ਪ੍ਰਭਾਵ ਹੁੰਦੇ ਨੇ। ਕਈ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਇਸ਼ੂ ਹੁੰਦੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ, ਤਾਂ ਉਹ ਵੀ ਪਬਲਿਕ ਓਪੀਨੀਅਨ ਬਣਾਉਣ ਦੇ ਕੰਮ ਆਉਂਦੇ ਨੇ। ਵਰਲਡ ਓਪੀਨੀਅਨ, ਦੁਨੀਆ ਕਿੱਧਰਲੇ ਸਾਈਡ ਜਾ ਰਹੀ ਆ, ਦੁਨੀਆ ਦਾ ਜਿਹੜਾ ਸੋਚ ਆ ਉਹ ਕੀ ਆ, ਇਹ ਵੀ ਸਾਡਾ ਜਿਹੜਾ ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕਰਦੇ ਨੇ, ਦੁਨੀਆ ਦੀ ਰਾਏ। ਤਾਂ ਇਹ ਸੀਗੇ ਇਨਫਲੂਐਂਸਿੰਗ ਫੈਕਟਰਸ। ਤਾਂ ਇਹ ਟੌਪਿਕ ਆ ਜਿਹੜਾ ਅਸੀਂ ਕੀਤਾ ਪਬਲਿਕ ਓਪੀਨੀਅਨ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਫਿਰ ਮਿਲਦੇ ਆ ਨੈਕਸਟ ਟੌਪਿਕ ਨਾਲ। ਓਕੇ, ਥੈਂਕਸ।